ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਕਰ ਰਹੇ ਸੀ ਕਿ ਦੂਰ ਦੇਸ਼ੋਂ ਸਫ਼ਰ ਕਰਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਮੱਥਾ ਟੇਕਣ ਆਏ ਰਾਜਿਆਂ ਨੇ ਪ੍ਰਭੂ ਯਿਸੂ ਜੀ ਨੂੰ ਕੀਮਤੀ ਉਪਹਾਰ ਕਿਉਂ ਦਿੱਤੇ। ਉਹਨਾਂ ਨੇ ਪ੍ਰਭੂ ਯਿਸੂ ਜੀ ਦੀ ਹਜ਼ੂਰੀ ਦੇ ਵਿੱਚ ਸੋਨਾ, ਲੁਬਾਨ ਅਤੇ ਗੰਧਰਸ ਕਿਉਂ ਚੜਾਇਆ। ਇਸ ਦੇ ਜਵਾਬ ਵਿੱਚ ਅਸੀਂ ਸੋਨੇ ਅਤੇ ਲੁਬਾਨ ਦੇ ਮਹੱਤਵ ਨੂੰ ਜਾਣਿਆ। ਅਸੀਂ ਥੋੜਾ ਜਿਹਾ ਜ਼ਿਕਰ ਗੰਧਰਸ ਦੇ ਬਾਰੇ ਵੀ ਕੀਤਾ। ਹੁਣ ਅਸੀਂ ਇਸ ਤੋਂ ਅੱਗੇ ਵਧਦੇ ਹਾਂ। ਆਪਣੇ ਪਿਛਲੇ ਪ੍ਰੋਗਰਾਮ ਦਾ ਹਿੱਸਾ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਜਾਰੀ ਰੱਖਾਂਗੇ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਅਸੀਂ ਗੰਧਰਸ ਦੇ ਵਿਸ਼ੇ ਤੇ ਬਾਈਬਲ ਬਾਣੀ ਦੇ ਵਿੱਚੋਂ ਕੁਝ ਦਿਲਚਸਪ ਗੱਲਾਂ ਨੂੰ ਵੇਖਦੇ ਹਾਂ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਅੱਜ ਦੇ ਅਧਿਐਨ ਪ੍ਰੋਗਰਾਮ ਦਾ ਆਨੰਦ ਮਾਣੋਗੇ। ਇਸ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੋ। ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਤਾਂ ਫਿਰ ਦੋਸਤੋ, ਆਓ ਆਪਣੇ ਅੱਜ ਦੇ ਅਧਿਐਨ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਖੈਰ, ਮਰੀਅਮ ਤੋਂ ਕਈ ਚਿਰ ਪਹਿਲਾਂ ਇਹਨਾਂ ਜੋਸ਼ੀਆਂ ਨੇ ਵੀ ਯਸੂ ਨਾਲ ਇਹੋ ਹੀ ਕੀਤਾ ਅਤੇ ਜਿਹੜਾ ਬੰਦਾ ਯਸੂ ਲਈ ਇਹ ਤੋਹਫਾ ਲੈ ਕੇ ਆਇਆ ਕਹਿ ਰਿਹਾ ਹੈ, ਇਹ ਜਿਸ ਨੂੰ ਅਸੀਂ ਮੱਥਾ ਟੇਕਣ ਆਏ ਹਾਂ, ਨਾ ਸਿਰਫ ਸਾਡਾ ਰਾਜਾ ਅਤੇ ਸਾਡਾ ਜਾਜਕ ਹੈ, ਪਰ ਅਸੀਂ ਉਸ ਦੀ ਆਰਾਧਨਾ ਇੱਕ ਮੁਕਤੀਦਾਤਾ ਦੇ ਤੌਰ ਤੇ ਵੀ ਕਰਦੇ ਹਾਂ ਅਤੇ ਉਹ ਸਾਡੇ ਲਈ ਮਰਨ ਵਾਸਤੇ ਆਇਆ ਹੈ ਅਤੇ ਗੰਧਰਸ ਉਸ ਦੀ ਮੌਤ ਨੂੰ ਦਰਸਾਉਂਦਾ ਹੈ। ਹੁਣ ਬਾਈਬਲ ਵਿੱਚ ਗੰਧਰਸ ਬਾਰੇ ਬਹੁਤ ਸਾਰੀਆਂ ਦਿਲਚਸਪ ਗੱਲਾਂ ਹਨ
ਮੈਂ ਜਦੋਂ ਵੀ ਨਵੇਂ ਨੇਮ ਵਿੱਚ ਜੋਸ਼ੀਆਂ ਵਰਗੇ ਮਨੁੱਖਾਂ ਦੀਆਂ ਕਹਾਣੀਆਂ ਪੜ੍ਹਦਾ ਹਾਂ ਤਾਂ ਬਹੁਤ ਹੈਰਾਨ ਹੁੰਦਾ ਹਾਂ। ਮੈਨੂੰ ਹੈਰਾਨੀ ਹੁੰਦੀ ਹੈ ਕਿ ਉਹ ਪੁਰਾਣੇ ਨੇਮ ਬਾਰੇ ਕਿੰਨਾ ਜਾਣਦੇ ਸਨ। ਸਾਡੇ ਕੋਲ ਉਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ। ਅਸੀਂ ਕੁਝ ਖਿਆਸ ਲਾ ਸਕਦੇ ਹਾਂ, ਪਰ ਅਸੀਂ ਜੋ ਨਹੀਂ ਜਾਣਦੇ ਉਹ ਹੈ, ਜੇ ਉਹ ਪੁਰਾਣੇ ਨੇਮ ਦੇ ਵਿਦਿਆਰਥੀ ਹੁੰਦੇ ਤਾਂ ਉਹ ਯਿਸੂ ਮਸੀਹ ਦੇ ਜਨਮ ਲੈਣ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਜਾਣ ਸਕਦੇ ਸਨ। ਇਹ ਕਿਹਾ ਗਿਆ ਹੈ ਕਿ ਨਵੇਂ ਨੇਮ ਲਿਖੇ ਜਾਣ ਤੋਂ ਪਹਿਲਾਂ ਸਾਡੇ ਕੋਲ ਮਸੀਹ ਬਾਰੇ ਜਾਂ ਉਸ ਦੀ ਜ਼ਿੰਦਗੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਦਾਹਰਨ ਲਈ ਪੁਰਾਣੇ ਨੇਮ ਦੇ ਜ਼ਬੂਰਾਂ ਵਿੱਚ ਬਹੁਤ ਸਾਰੇ ਅਜਿਹੇ ਜ਼ਬੂਰ ਹਨ ਜਿਨ੍ਹਾਂ ਦਾ ਵਿਦਵਾਨਾਂ ਨੇ ਹਵਾਲਾ ਦਿੱਤਾ ਹੈ ਕਿ ਉਹ ਜ਼ਬੂਰ ਮਸੀਹ ਦੇ ਸਬੰਧ ਵਿੱਚ ਲਿਖੇ ਗਏ ਸਨ, ਜਿਸ ਦਾ ਮਤਲਬ ਇਹ ਹੋਇਆ ਕਿ ਯਿਸੂ ਦੇ ਜਨਮ ਲੈਣ ਤੋਂ ਪਹਿਲਾਂ ਮਸੀਹਾ ਬਾਰੇ ਕਈ ਜ਼ਬੂਰ ਹਨ ਅਤੇ ਇਹ ਵੇਖਣਾ ਵਿਸ਼ਵਾਸਯੋਗ ਹੈ ਕਿ ਉਹ ਯਿਸੂ ਦੇ ਜੀਵਨ ਦੀਆਂ ਘਟਨਾਵਾਂ ਦਾ ਜੋ ਭਵਿੱਖ ਵਿੱਚ ਕਈ ਸੌ ਸਾਲ ਬਾਅਦ ਹੋਣੀਆਂ ਸਨ, ਵਰਣਨ ਕਰਨ ਵਿੱਚ ਕਿੰਨੇ ਸਹੀ ਹਨ। ਉਦਾਹਰਨ ਲਈ ਜ਼ਬੂਰ 22 ਹੈ, ਜਿੱਥੇ 16 ਤੇ 18 ਐਤ ਵਿੱਚ ਅਸੀਂ ਇਹੋ ਜਿਹੀ ਇੱਕ ਮਿਸਾਲ ਪੜ੍ਹਦੇ ਹਾਂ। ਇਹ ਮਸੀਹਾ ਦੇ ਸੰਬੰਧ ਵਿੱਚ ਲਿਖਿਆ ਜ਼ਬੂਰ ਹੈ ਅਤੇ ਕਹਿੰਦਾ ਹੈ, ਉਹਨਾਂ ਨੇ ਮੇਰੇ ਹੱਥ ਪੈਰ ਬਿਨ ਸਿੱਟੇ ਹਨ, ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ। ਉਹ ਮੈਨੂੰ ਘੂਰ ਘੂਰ ਵੇਖਦੇ ਹਨ, ਉਹ ਮੇਰੇ ਕੱਪੜੇ ਆਪੋ ਵਿੱਚ ਵੰਡ ਲੈਂਦੇ ਹਨ ਅਤੇ ਮੇਰੇ ਲਿਬਾਸ ਉੱਤੇ ਗੁਣਾ ਪਾਉਂਦੇ ਹਨ। ਹੁਣ ਜੇ ਮੈਂ ਤੁਹਾਨੂੰ ਨਾ ਦੱਸਾਂ ਕਿ ਇਹ ਬਾਈਬਲ ਵਿੱਚ ਕਿੱਥੇ ਪਾਇਆ ਜਾਂਦਾ ਹੈ, ਤੁਸੀਂ ਸੋਚੋਗੇ ਮੈਂ ਨਵੇਂ ਨੇਮ ਵਿੱਚ ਪੜ੍ਹ ਰਿਹਾ ਹਾਂ, ਪਰ ਨਹੀਂ, ਮੈਂ ਪੁਰਾਣੇ ਨੇਮ ਵਿੱਚੋਂ ਪੜ੍ਹ ਰਿਹਾ ਹਾਂ। ਇੱਕ ਮਸੀਹਾ ਦੇ ਸਬੰਧ ਵਿੱਚ ਲਿਖੇ ਜ਼ਬੂਰ ਵਿੱਚੋਂ ਪੜ੍ਹ ਰਿਹਾ ਹਾਂ। ਸ਼ਾਇਦ ਜੋਸ਼ੀਆਂ ਨੇ ਇੱਕ ਜ਼ਬੂਰ ਪੜ੍ਹਿਆ ਸੀ ਸ਼ਾਇਦ ਜੋਸ਼ੀਆਂ ਨੇ ਇਹ ਜ਼ਬੂਰ ਪੜ੍ਹਿਆ ਸੀ ਅਤੇ ਯਿਸੂ ਨੂੰ ਮਾਨਤਾ ਦੇ ਰਹੇ ਸਨ, ਜਿਹੜਾ ਇਹਨਾਂ ਭਵਿੱਖਬਾਣੀਆਂ ਨੂੰ ਪੂਰਾ ਕਰੇਗਾ ਜੋ ਜ਼ਬੂਰ ਵਿੱਚ ਲਿਖੀਆਂ ਹੋਈਆਂ ਹਨ। ਹੁਣ ਨਵੇਂ ਨੇਮ ਵਿੱਚ ਜਦੋਂ ਯਿਸੂ ਮਰ ਰਿਹਾ ਸੀ, ਗੰਧਰਸ ਦਾ ਕਿਰਦਾਰ ਇੱਕ ਵਾਰ ਫਿਰ ਆਉਂਦਾ ਹੈ। ਅਸਲ ਵਿੱਚ ਇਸ ਬਾਰੇ ਨਵੇਂ ਨੇਮ ਵਿੱਚ ਇੱਕ ਅਨੁਮਾਨਿਤ ਖੰਡਨ ਹੈ ਅਤੇ ਮੈਂ ਇਸ ਸੰਦੇਸ਼ ਵਿੱਚ ਤੁਹਾਨੂੰ ਇਹ ਵਿਖਾਉਣਾ ਚਾਹੁੰਦਾ ਹਾਂ। ਮਰਕਸ 15 ਅਧਿਆਇ 23 ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜਦੋਂ ਯਿਸੂ ਸਲੀਬ ਤੇ ਸੀ ਔਰ ਮੈਂ ਵਿੱਚ ਗੰਧ ਰਸ ਮਿਲਾ ਕੇ ਉਸ ਨੂੰ ਦੇਣ ਲੱਗੇ, ਪਰ ਉਹਨੇ ਨਾ ਲਿਆ। ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ, ਤੁਸੀਂ ਇੱਥੇ ਇਹ ਪੜ੍ਹ ਸਕਦੇ ਹੋ। ਹੁਣ ਯਹੂਨਾ ਦੀ ਅੰਜੀਲ ਵਿੱਚ ਸਾਡੇ ਕੋਲ ਇਸ ਬਾਰੇ ਇੱਕ ਹੋਰ ਬਿਆਨ ਹੈ ਅਤੇ ਯਹੂਨਾ 19 ਅਧਿਆਇ 30 ਵਿੱਚ ਅਸੀਂ ਪੜ੍ਹਦੇ ਹਾਂ, ਸੋ ਜਾਂ ਯਿਸੂ ਨੇ ਸਿਰਕਾ ਲਿਆ ਤੇ ਆਖਿਆ ਪੂਰਾ ਹੋਇਆ, ਤਦ ਉਹਨੇ ਸਿਰ ਨਿਵਾ ਕੇ ਜਾਨ ਦੇ ਦਿੱਤੀ। ਹੁਣ ਅਸੀਂ ਵਚਨ ਵਿੱਚ ਇੱਕ ਥਾਂ ਪੜ੍ਹਦੇ ਹਾਂ ਕਿ ਉਹਨਾਂ ਨੇ ਯਿਸੂ ਨੂੰ ਮੈਅ ਵਿੱਚ ਗੰਧ ਰਸ ਮਿਲਾ ਕੇ ਦਿੱਤੀ ਅਤੇ ਉਸਨੇ ਇਹ ਨਹੀਂ ਲਿਆ। ਅਤੇ ਇੱਕ ਹੋਰ ਥਾਂ ਤੇ ਵਚਨ ਕਹਿੰਦਾ ਹੈ ਕਿ ਉਹਨਾਂ ਨੇ ਉਸ ਨੂੰ ਪੀਣ ਲਈ ਕੁਝ ਦਿੱਤਾ ਅਤੇ ਇਹ ਸ਼ਰਾਬ ਲਈ ਵੀ ਵਰਤਿਆ ਜਾਂਦਾ ਹੈ ਅਤੇ ਉਸ ਨੇ ਇਹ ਲੈ ਲਿਆ। ਅਤੇ ਵਿਦਵਾਨ ਆਲੋਚਕ ਕਹਿੰਦੇ ਹਨ, ਜਰਮੀਆ ਇੱਥੇ ਹੈ, ਬਾਈਬਲ ਵਿੱਚ ਇੱਥੇ ਖੰਡਨ ਹੈ, ਬਾਈਬਲ ਵਿੱਚ ਇੱਥੇ ਗਲਤੀ ਹੈ। ਇੱਥੇ ਕਿਹਾ ਗਿਆ ਹੈ ਉਸ ਨੇ ਇਹ ਲਿਆ ਅਤੇ ਪੀਤਾ ਅਤੇ ਉੱਥੇ ਕਿਹਾ ਗਿਆ ਹੈ ਉਸ ਨੇ ਇਹ ਨਹੀਂ ਪੀਤਾ। ਪਰ ਮੈਂ ਚਾਹੁੰਦਾ ਹਾਂ ਤੁਸੀਂ ਇਹ ਗੌਰ ਕਰੋ ਕਿ ਜਦੋਂ ਕੋਈ ਕਹਿੰਦਾ ਹੈ ਕਿ ਤੁਹਾਨੂੰ ਉਹਨਾਂ ਨੂੰ ਪੁੱਛਣ ਦੀ ਲੋੜ ਹੈ, ਤਾਂ ਕਿ ਉਹਨਾਂ ਇਸ ਨੂੰ ਸਾਵਧਾਨੀ ਨਾਲ ਪੜ੍ਹਿਆ ਹੈ। ਜਦੋਂ ਯਿਸੂ ਨੂੰ ਮੈਅ ਵਿੱਚ ਗੰਧ ਰਸ ਮਿਲਾ ਕੇ ਦਿੱਤੀ ਗਈ, ਉਸ ਨੇ ਇਹ ਲੈਣ ਤੋਂ ਮਨਾ ਕਰ ਦਿੱਤਾ। ਤੁਸੀਂ ਵੇਖੋ, ਗੰਧ ਰਸ ਦੀ ਇੱਕ ਖਾਸੀਅਤ ਇਹ ਵੀ ਸੀ ਕਿ ਇਸ ਦਾ ਪ੍ਰਯੋਗ ਨਾ ਸਿਰਫ ਲਾਸ਼ ਨੂੰ ਲਾਉਣ ਲਈ ਹੁੰਦਾ ਸੀ, ਪਰ ਦਰਦ ਨੂੰ ਖਤਮ ਕਰਨ ਲਈ ਵੀ ਹੁੰਦਾ ਸੀ। ਅਤੇ ਜਦੋਂ ਮੇਰੇ ਪ੍ਰਭੂ ਨੂੰ ਉਸ ਦੁੱਖ ਤੋਂ ਜੋ ਉਹ ਤੁਹਾਡੇ ਅਤੇ ਮੇਰੇ ਲਈ ਸਲੀਬ ਤੇ ਸਹਿ ਰਿਹਾ ਸੀ, ਰਾਹਤ ਪਾਉਣ ਦਾ ਮੌਕਾ ਮਿਲਿਆ, ਜਦੋਂ ਉਹਨਾਂ ਉਸ ਨੂੰ ਉਸ ਪੀੜਾ ਨੂੰ ਜੋ ਉਹ ਤੁਹਾਡੇ ਅਤੇ ਮੇਰੇ ਲਈ ਸਲੀਬ ਤੇ ਸਹਿ ਰਿਹਾ ਸੀ, ਘੱਟ ਕਰਨ ਲਈ ਪੇਨ ਕਿਲਰ ਦਰਦ ਨਿਵਾਰਕ ਦਵਾ ਦਿੱਤੀ, ਉਸ ਨੇ ਇਹ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਪਵਿੱਤਰ ਵਚਨ ਕਹਿੰਦਾ ਹੈ ਕਿ ਉਹ ਸਲੀਬ ਤੇ ਸਾਡੇ ਲਈ ਪਾਪ ਦੇ ਉਸ ਦੁੱਖ ਅਤੇ ਪੀੜਾ ਨੂੰ ਮਹਿਸੂਸ ਕਰੇਗਾ ਜੋ ਸਾਨੂੰ ਮਿਲਣੀ ਸੀ। ਪਰ ਜਦੋਂ ਯਹੂਨਾ ਵਿੱਚ ਉਸ ਨੂੰ ਗੰਧ ਰਸ ਤੋਂ ਬਿਨਾਂ ਸਿਰਕਾ ਦਿੱਤਾ ਗਿਆ, ਉਸ ਨੇ ਇਹ ਲਿਆ ਅਤੇ ਪੀਤਾ, ਕਿਉਂਕਿ ਯਹੂਨਾ ਵਿੱਚ ਉਹ ਕਹਿੰਦਾ ਹੈ ਉਸ ਨੂੰ ਸਿਰਕਾ ਦਿੱਤਾ ਗਿਆ ਸੀ, ਇੱਕ ਕਿਸਮ ਦੀ ਮੈਅ ਜਿਸ ਨੂੰ ਸਿਰਕਾ ਕਿਹਾ ਜਾਂਦਾ ਹੈ, ਪਰ ਇਸ ਵਿੱਚ ਗੰਧ ਰਸ ਨਹੀਂ ਮਿਲਾਇਆ ਗਿਆ ਸੀ, ਇਸ ਲਈ ਉਸ ਨੇ ਇਹ ਲੈ ਲਿਆ। ਇੱਥੇ ਕੋਈ ਖੰਡਨ ਜਾਂ
ਵਿਵਾਦ ਦੀ ਗੱਲ ਨਹੀਂ ਹੈ। ਇਹ ਦੋਵੇਂ ਬੰਦ ਇੱਕ ਦੂਜੇ ਨਾਲ ਸਹਿਮਤ ਹਨ ਅਤੇ ਉਹ ਇੱਕ ਮਹੱਤਵਪੂਰਨ ਸਬਕ ਸਿਖਾਉਂਦੇ ਹਨ। ਇੱਕ ਅਜਿਹਾ ਸਬਕ ਜੋ ਦੱਸਦਾ ਹੈ ਕਿ ਹਾਲੇ ਕਿ ਯਿਸੂ ਨੂੰ ਆਪਣੀ ਮੌਤ ਦਾ ਦਰਦ ਘੱਟ ਕਰਨ ਦਾ ਮੌਕਾ ਵੀ ਮਿਲਿਆ, ਪਰ ਯਿਸੂ ਨੇ ਇਸ ਤੋਂ ਮਨਾ ਕਰ ਦਿੱਤਾ ਕਿਉਂਕਿ ਉਸ ਨੂੰ ਸਾਡੇ ਲਈ ਦੁੱਖ ਉਠਾਉਣ ਲਈ ਸੱਦਿਆ ਗਿਆ ਸੀ। ਗੰਧਰਸ ਬਾਰੇ ਇੱਕ ਹੋਰ ਐਤ ਹੈ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੇਖੋ। ਇਹ ਪੁਰਾਣੇ ਨੇਮ ਵਿੱਚੋਂ ਹੈ ਜੋ ਕਿ ਮੇਰੇ ਲਈ ਬਹੁਤ ਹੀ ਜ਼ਬਰਦਸਤ ਹੈ। ਜਦੋਂ ਮੈਂ ਇਸ ਨੂੰ ਵੇਖਦਾ ਹਾਂ, ਜਸਾਇਆ 60 ਅਧਿਆਇ 6 ਵਿੱਚ ਯਿਸੂ ਦੀ ਦੂਜੀ ਆਮਦ ਬਾਰੇ ਭਵਿੱਖਬਾਣੀ ਹੈ। ਪਹਿਲੀ ਵਾਰ ਯਿਸੂ ਬੈਤਲਹਮ ਵਿੱਚ ਆਇਆ ਅਤੇ ਇੱਕ ਵਾਰ ਹੋਰ ਉਸ ਨੇ ਆਉਣਾ ਹੈ ਜਦੋਂ ਉਹ ਧਰਤੀ ਤੇ ਆਪਣਾ ਰਾਜ ਕਾਇਮ ਕਰੇਗਾ। ਰਾਜ ਕਰਨ ਲਈ, ਅਤੇ ਜੇ ਅਸੀਂ ਮਸੀਹੀ ਹਾਂ ਤਾਂ ਅਸੀਂ ਸਾਰੇ ਉਸ ਦੇ ਅਧੀਨ ਹੋਵਾਂਗੇ। ਜਸਾਇਆ 60 ਅਧਿਆਇ ਦੀ ਭਵਿੱਖਬਾਣੀ ਦਾ ਸੰਬੰਧ ਮਸੀਹ ਦੀ ਦੂਜੀ ਆਮਦ ਨਾਲ ਹੈ ਅਤੇ ਮੈਂ ਤੁਹਾਡੇ ਲਈ ਇਸ ਨੂੰ ਪੜ੍ਹਨਾ ਚਾਹੁੰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਬੜੇ ਧਿਆਨ ਨਾਲ ਸੁਣੋ। ਬਹੁਤ ਸਾਰੇ ਊਠ ਤੈਨੂੰ ਢੱਕ ਲੈਣਗੇ। ਮਦਿਆਨ ਅਤੇ ਇਫਾਹ ਦੇ ਜਵਾਨ ਊਠ ਸਾਰੇ ਸ਼ਬਾ ਤੋਂ ਆਉਣਗੇ। ਉਹ ਸੋਨਾ ਅਤੇ ਲੁਬਾਨ ਚੁੱਕਣਗੇ ਅਤੇ ਯਹੋਵਾ ਦੀ ਉਸਤਤ ਦਾ ਪ੍ਰਚਾਰ ਕਰਨਗੇ। ਹੁਣ ਜਦੋਂ ਤੁਸੀਂ ਇਸ ਭਵਿੱਖਬਾਣੀ ਨੂੰ ਪੜ੍ਹਦੇ ਹੋ, ਕੁਝ ਖੁੱਝ ਰਿਹਾ ਹੈ ਕਿ ਨਹੀਂ? ਕੀ ਖੁੱਝ ਰਿਹਾ ਹੈ? ਗੰਧਰਸ ਸ਼ਾਇਦ ਲੇਖਕ ਇਸ ਨੂੰ ਭੁੱਲ ਗਿਆ ਹੋਵੇ। ਨਹੀਂ, ਉਹ ਨਹੀਂ ਭੁੱਲਿਆ, ਕਿਉਂਕਿ ਤੁਸੀਂ ਵੇਖੋ, ਦੂਜੀ ਆਮਦ ਵਿੱਚ ਯਿਸੂ ਲਈ ਜੋ ਤੋਹਫੇ ਤੁਸੀਂ ਲੈ ਕੇ ਆਉਂਦੇ ਹੋ ਉਹਨਾਂ ਵਿੱਚ ਗੰਧਰਸ ਨਹੀਂ ਹੈ, ਕਿਉਂਕਿ ਉਸ ਦੀ ਮੌਤ ਗੁਜ਼ਰ ਚੁੱਕੀ ਹੈ। ਜਦੋਂ ਉਹ ਦੁਬਾਰਾ ਆਵੇਗਾ ਤਾਂ ਉਸ ਦੀ ਉਸਤਤ ਅਤੇ ਆਰਾਧਨਾ ਲਈ ਸੋਨਾ ਅਤੇ ਲੁਬਾਨ ਹੋਵੇਗਾ ਅਤੇ ਗੰਧਰਸ ਇਸ ਵਿੱਚ ਨਹੀਂ ਹੋਵੇਗਾ। ਹਾਲੇਲੂਇਆ! ਉਹ ਇੱਕੋ ਹੀ ਵਾਰ ਸਾਡੇ ਸਮਲਾਂ ਲਈ ਮਰਿਆ ਹੈ ਅਤੇ ਉਹ ਦੁਬਾਰਾ ਨਹੀਂ ਮਰੇਗਾ। ਗੰਧਰਸ ਦਾ ਸੰਬੰਧ ਉਸ ਦੇ ਪਹਿਲੀ ਵਾਰ ਆਉਣ ਨਾਲ ਹੈ ਅਤੇ ਅਤ ਪਵਿੱਤਰ ਵਚਨ ਕਿੰਨਾ ਸਹੀ ਹੈ ਕਿ ਕਈ ਸਾਲ ਪਹਿਲਾਂ ਹੀ ਜਦੋਂ ਇਹ ਉਸ ਦੀ ਦੂਜੀ ਆਮਦ ਬਾਰੇ ਦੱਸਦਾ ਹੈ, ਤੀਜਾ ਤੋਹਫਾ ਇਸ ਵਿੱਚੋਂ ਛੱਡ ਦਿੱਤਾ ਗਿਆ ਹੈ, ਕਿਉਂਕਿ ਇਹ ਸਾਡੇ ਸਰਬਸ਼ਕਤੀਮਾਨ ਪਰਮੇਸ਼ਰ ਅਤੇ ਸਾਡੇ ਰਾਜੇ ਦੀ ਉਸਤਤ ਲਈ ਢੁਕਵਾਂ ਨਹੀਂ ਹੈ, ਜਦੋਂ ਉਹ ਧਰਤੀ ਤੇ ਰਾਜ ਕਰਨ ਲਈ ਆਪਣਾ ਰਾਜ ਕਾਇਮ ਕਰੇਗਾ। ਇਸ ਲਈ ਇਹਨਾਂ ਤੋਹਫਿਆਂ ਵਿੱਚੋਂ ਉਸ ਨਾਲੋਂ ਬਹੁਤ ਕੁਝ ਹੈ ਜੋ ਤੁਸੀਂ ਸੋਚਿਆ ਸੀ। ਸੋਨਾ, ਲੁਬਾਨ ਅਤੇ ਗੰਧਰਸ। ਸੋਨਾ ਇੱਕ ਰਾਜੇ ਲਈ, ਲੁਬਾਨ ਇੱਕ ਜਾਜਕ ਲਈ ਅਤੇ ਗੰਧਰਸ ਇੱਕ ਮੁਕਤੀਦਾਤਾ ਲਈ। ਨੰਬਰ 2, ਜੋਸ਼ੀ ਹਾਲੇ ਵੀ ਯਿਸੂ ਨੂੰ ਕੀ ਦਿੰਦੇ ਹਨ? ਹੁਣ ਮੈਂ ਤੁਹਾਡੇ ਕੋਲੋਂ ਜੋ ਸਵਾਲ ਪੁੱਛਣਾ ਚਾਹੁੰਦਾ ਹਾਂ ਉਹ ਇਹ ਹੈ। ਅਸੀਂ ਪਹਿਲਾਂ ਉਸ ਦੇ ਬਾਰੇ ਗੱਲ ਕੀਤੀ ਹੈ ਜੋ ਜੋਸ਼ੀਆਂ ਨੇ ਯਿਸੂ ਨੂੰ ਦਿੱਤਾ, ਅਤੇ ਹੁਣ ਇੱਕ ਪਲ ਲਈ ਮੈਂ ਉਸ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜੋ ਜੋਸ਼ੀ ਹਾਲੇ ਵੀ ਯਿਸੂ ਨੂੰ ਦਿੰਦੇ ਹਨ। ਅਤੇ ਮੈਂ ਮਨੁੱਖ ਸ਼ਬਦ ਦੀ ਜਿਨਸੀ ਸ਼ਬਦ ਵਰਤਣ ਲਈ ਅੱਜ ਸਾਰਿਆਂ ਦੀ ਤਾਰੀਫ ਕਰਨਾ ਚਾਹੁੰਦਾ ਹਾਂ। ਤੁਸੀਂ ਸਾਰੇ ਸਿਆਣੇ ਮਰਦ ਅਤੇ ਔਰਤ ਹੋ। ਸਿਆਣੇ ਮਰਦ ਅਤੇ ਔਰਤਾਂ ਹਾਲੇ ਵੀ ਯਿਸੂ ਨੂੰ ਕੀ ਦਿੰਦੇ ਹਨ? ਭਾਗ ਊੜਾ, ਸੋਨਾ। ਉਸ ਨੂੰ ਆਪਣੇ ਰਾਜਾ ਦੇ ਤੌਰ ਤੇ ਜਵਾਬ ਦੇਣਾ। ਖੈਰ, ਆਓ ਅਸੀਂ ਫਿਰ ਵਾਪਸ ਚਲੀਏ ਅਤੇ ਇੱਕ ਵਾਰ ਫਿਰ ਉਸ ਸੋਨੇ ਤੇ ਗੌਰ ਕਰੀਏ ਜੋ ਅਸੀਂ ਸਭ ਤੋਂ ਪਹਿਲਾਂ ਯਿਸੂ ਨੂੰ ਦਿੰਦੇ ਹਾਂ। ਉਸ ਨੂੰ ਸਾਡੇ ਰਾਜਾ ਦੇ ਤੌਰ ਤੇ ਜਵਾਬ ਦਿੰਦਿਆਂ, ਸੋਨਾ ਇੱਕ ਰਾਜੇ ਨੂੰ ਦੇਣ ਵਾਲਾ ਤੋਹਫਾ ਹੈ ਅਤੇ ਮਸੀਹ ਦੇ ਚੇਲੇ ਹੋਣ ਦੇ ਨਾਤੇ ਇਹ ਕ੍ਰਿਸਮਸ ਦਾ ਤੋਹਫਾ ਜੋ ਅਸੀਂ ਯਿਸੂ ਲਈ ਲੈ ਕੇ ਆਉਂਦੇ ਹਾਂ, ਸਾਡੀ ਜ਼ਿੰਦਗੀ ਵਿੱਚ ਉਸ ਦੀ ਬਾਦਸ਼ਾਹੀ ਪ੍ਰਤੀ ਸਾਡੀ ਮੁਕੰਮਲ ਅਤੇ ਪੂਰੀ ਅਧੀਨਗੀ ਹੈ। ਅਸੀਂ ਕਹਿ ਸਕਦੇ ਹਾਂ, ਪ੍ਰਭੂ ਪਰਮੇਸ਼ਰ, ਮੈਂ ਤੁਹਾਡੇ ਕੋਲ ਉਹ ਤੋਹਫਾ ਲੈ ਕੇ ਆਉਂਦਾ ਹਾਂ ਜੋ ਮੇਰਾ ਰਾਜਾ ਹੋਣ ਦੇ ਨਾਤੇ ਤੁਹਾਡਾ ਹੈ। ਮੈਂ ਆਪਣੇ ਗੋਡੇ ਤੁਹਾਡੇ ਅੱਗੇ ਮੇਰੀ ਜ਼ਿੰਦਗੀ ਦਾ ਪ੍ਰਭੂ ਹੋਣ ਦੇ ਨਾਤੇ ਨਵਾਉਂਦਾ ਹਾਂ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ਰ ਆਪਣੇ ਲੋਕਾਂ ਕੋਲੋਂ ਕਿਸੇ ਮਹਾਨ ਖਜ਼ਾਨੇ ਅਤੇ ਕਿਸੇ ਧਨ ਦੌਲਤ ਤੋਂ ਵੱਧ ਕੇ ਜੋ ਚਾਹੁੰਦਾ ਹੈ ਉਹ ਹੈ ਆਗਿਆਕਾਰੀ। ਅਸਲ ਵਿੱਚ ਨਵੇਂ ਨੇਮ ਵਿੱਚ ਸਿੱਧਾ ਕਿਹਾ ਗਿਆ ਹੈ, ਮੰਨਣਾ ਆਗਿਆਕਾਰੀ ਭੇਟ ਚੜਾਉਣ ਨਾਲੋਂ ਚੰਗਾ ਹੈ। ਪਹਿਲਾ ਸੈਮੂਅਲ 15 ਅਧਿਆਇ 22 ਵਚਨ। ਪਰਮੇਸ਼ਰ ਸਾਡੀ ਇੱਛਾ ਦਾ ਸੋਨਾ ਚਾਹੁੰਦਾ ਹੈ ਜੋ ਅਸਲ ਵਿੱਚ ਉਸ ਨੂੰ ਸਾਡੀ ਜ਼ਿੰਦਗੀ ਦਾ ਰਾਜਾ ਬਣਾਉਂਦੀ ਹੈ। ਉਹ ਬਾਸੀ ਨਹੀਂ, ਉਹ ਪ੍ਰਧਾਨ ਬਣਨਾ ਚਾਹੁੰਦਾ ਹੈ। ਜਦੋਂ ਅਸੀਂ ਮਸੀਹੀ ਬਣਦੇ ਹਾਂ, ਅਸੀਂ ਉਸ ਨੂੰ ਆਪਣੇ ਦਿਲ ਵਿੱਚ ਸੱਦਾ ਦਿੰਦੇ ਹਾਂ ਅਤੇ ਉਹ ਸਾਡੇ ਪਾਪ ਨੂੰ ਮਾਫ ਕਰਦਾ ਹੈ। ਪਰ ਨਾਲ ਹੀ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ
ਕਿ ਉਹ ਸਾਡੇ ਪਾਪ ਕਰਨ ਦੇ ਮੌਕੇ ਨਾਲੋਂ ਵੱਧ ਕੇ ਹੋਰ ਕੁਝ ਵੀ ਚਾਹੁੰਦਾ ਹੈ। ਉਹ ਸਾਡੇ ਤੇ ਇੱਕ ਰਾਜਾ ਹੋਣ ਦੇ ਨਾਤੇ ਸਾਡੀਆਂ ਜ਼ਿੰਦਗੀਆਂ ਤੇ ਰਾਜ ਕਰਨਾ ਚਾਹੁੰਦਾ ਹੈ ਅਤੇ ਜਦੋਂ ਅਸੀਂ ਆਪਣੇ ਆਪ ਨੂੰ ਉਸ ਨੂੰ ਸੌਂਪ ਦਿੰਦੇ ਹਾਂ ਤਾਂ ਸਾਨੂੰ ਮਸੀਹ ਦੇ ਚੇਲੇ ਹੋਣ ਦਾ ਮਕਸਦ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਇੱਕ ਮਸੀਹੀ ਬਣ ਸਕਦੇ ਹੋ। ਕਈ ਵਾਰ ਆਪਣੇ ਬੁੱਲ੍ਹਾਂ ਨਾਲ ਕਹਿਣਾ ਹੀ ਸੰਪੂਰਨ ਸਮਰਪਣ ਨਹੀਂ ਹੁੰਦਾ, ਪਰ ਇਸ ਕ੍ਰਿਸਮਸ ਸੀਜ਼ਨ ਵਿੱਚ ਸਭ ਤੋਂ ਵੱਡਾ ਤੋਹਫਾ ਜੋ ਤੁਸੀਂ ਮਸੀਹ ਨੂੰ ਦੇ ਸਕਦੇ ਹੋ ਉਹ ਹੈ ਉਸ ਪ੍ਰਤੀ ਸੰਪੂਰਨ ਭਗਤੀ ਅਤੇ ਉਸ ਨੂੰ ਤੁਹਾਡੀਆਂ ਜ਼ਿੰਦਗੀਆਂ ਤੇ ਰਾਜ ਕਰਨ ਲਈ ਆਪਣੀ ਇੱਛਾ ਦੇਣਾ। ਕੀ ਤੁਸੀਂ ਆਪਣੀ ਗੁਜ਼ਰੀ ਹੋਈ ਜ਼ਿੰਦਗੀ ਤੇ ਨਜ਼ਰ ਮਾਰੀ ਅਤੇ ਗੌਰ ਕੀਤਾ ਹੈ ਕਿ ਮੂਰਖਤਾ ਵਾਲੀਆਂ ਗੱਲਾਂ ਕਰਨਾ ਅਤੇ ਮੂਰਖਤਾਈ ਵਾਲੀ ਗਲਤੀ ਕਰਨਾ ਕਿੰਨਾ ਸੌਖਾ ਹੈ? ਹੁਣ ਪਿੱਛੇ ਝਾਤੀ ਮਾਰੋ ਅਤੇ ਕਹੋ, ਮੈਂ ਇਸ ਤੋਂ ਕਿਵੇਂ ਖੁੰਝ ਗਿਆ। ਕਈ ਵਾਰ ਜਦੋਂ ਅਸੀਂ ਆਪਣੀ ਮਨਮਰਜ਼ੀ ਦੇ ਕੰਮ ਕਰਦੇ ਹਾਂ ਤੇ ਸਾਨੂੰ ਇਸ ਦਾ ਮੁੱਲ ਅਦਾ ਕਰਨਾ ਪੈਂਦਾ ਹੈ। ਸਰਬ ਸ਼ਕਤੀਮਾਨ ਸਾਨੂੰ ਇਸ ਸਭ ਤੋਂ ਬਚਾਉਣਾ ਚਾਹੁੰਦਾ ਹੈ। ਉਹ ਕਹਿੰਦਾ ਹੈ, ਜੇ ਤੁਸੀਂ ਮੇਰੇ ਕੋਲ ਆਓਗੇ ਤਾਂ ਮੈਂ ਤੁਹਾਡੀ ਜ਼ਿੰਦਗੀ ਦਾ ਪ੍ਰਭੂ ਹੋਵਾਂਗਾ ਅਤੇ ਮੈਂ ਹਰ ਕਦਮ ਤੇ ਤੁਹਾਡੀ ਅਗਵਾਈ ਅਤੇ ਮਾਰਗਦਰਸ਼ਨ ਕਰਾਂਗਾ। ਭਾਗ ਐੜਾ ਲੁਬਾਨ ਉਸ ਕੋਲ ਆਪਣੇ ਜਾਜਕ ਦੇ ਤੌਰ ਤੇ ਜਾਣਾ। ਫਿਰ ਦੂਜੀ ਗੱਲ, ਅਸੀਂ ਉਸ ਨੂੰ ਆਪਣਾ ਰਾਜਾ ਹੋਣ ਦੇ ਨਾਤੇ ਉਸ ਨੂੰ ਸੋਨਾ ਹੀ ਨਹੀਂ ਦਿੰਦੇ, ਅਸੀਂ ਉਸ ਕੋਲ ਆਪਣੇ ਜਾਜਕ ਦੇ ਤੌਰ ਤੇ ਜਾਣ ਲਈ ਉਸ ਨੂੰ ਲੁਬਾਨ ਵੀ ਦਿੰਦੇ ਹਾਂ। ਕ੍ਰਿਸਮਸ ਦੇ ਸਮੇਂ ਵਿੱਚ ਸੁਸਮਾਚਾਰ ਦਾ ਪ੍ਰਚਾਰਕ ਹੋਣ ਤੋਂ ਵੱਧ ਅਦਭੁਤ ਗੱਲ ਕੀ ਹੋ ਸਕਦੀ ਹੈ, ਕਿਉਂਕਿ ਕ੍ਰਿਸਮਸ ਮੂਲ ਰੂਪ ਵਿੱਚ ਇਹ ਕਹਿੰਦਾ ਹੈ ਕਿ ਸਰਬ ਸ਼ਕਤੀਮਾਨ ਪਰਮੇਸ਼ਰ ਸਵਰਗ ਵਿੱਚ ਰਹਿ ਕੇ ਇਹ ਨਹੀਂ ਕਹਿੰਦਾ, ਮੈਂ ਦੂਰੋਂ ਤੁਹਾਨੂੰ ਪਿਆਰ ਕਰਦਾ ਹਾਂ, ਪਰ ਉਹ ਸਾਨੂੰ ਆਪਣੇ ਨੇੜੇ ਲੈ ਕੇ ਜਾਣ ਲਈ ਧਰਤੀ ਤੇ ਆਇਆ ਤਾਂ ਕਿ ਉਹ ਸਾਨੂੰ ਛੂਹ ਸਕੇ ਅਤੇ ਜਾਣ ਸਕੇ ਅਤੇ ਸਾਨੂੰ ਗਲ ਬੱਕੜੀ ਪਾ ਕੇ ਕਹਿ ਸਕੇ, ਮੈਂ ਤੁਹਾਨੂੰ ਸ਼ਬਦਾਂ ਨਾਲ ਹੀ ਨਹੀਂ ਪਿਆਰ ਕਰਦਾ, ਪਰ ਮੈਂ ਆਪਣੇ ਕੰਮਾਂ ਨਾਲ ਵੀ ਤੁਹਾਨੂੰ ਪਿਆਰ ਕਰਦਾ ਹਾਂ। ਉਹ ਸਿਰਫ ਸਾਡਾ ਮੁਕਤੀਦਾਤਾ ਹੀ ਨਹੀਂ ਪਰ ਸਾਡਾ ਜਾਜਕ ਵੀ ਹੈ। ਅਸੀਂ ਇਬਰਾਨੀਆਂ 4 ਅਧਿਆਇ ਵਿੱਚ ਇੱਕ ਬੰਦ ਵੇਖਿਆ ਜੋ ਕਹਿੰਦਾ ਹੈ, ਹਾਲੇ ਕਿ ਸਾਡਾ ਪ੍ਰਧਾਨ ਜਾਜਕ ਹੈ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਹੈ, ਜੋ ਸਾਡੀ ਜ਼ਿੰਦਗੀ ਵਿੱਚ ਦੁੱਖਾਂ ਨੂੰ ਸਮਝਦਾ ਹੈ। ਇਬਰਾਨੀ 4 ਅਧਿਆਇ 15 ਵਚਨ। ਉਹ ਹੇਠਾਂ ਧਰਤੀ ਤੇ ਆਇਆ ਤਾਂ ਕਿ ਉਹ ਸਾਡੇ ਦੁੱਖਾਂ ਦਾ ਆਪ ਅਨੁਭਵ ਕਰ ਸਕੇ। ਉਸ ਨੇ ਸਗੋਂ ਮਰੀਅਮ ਦੀ ਕੁੱਖ ਵਿੱਚ ਰਹਿ ਕੇ ਜਨਮ ਲੈਣ ਵਾਲੇ ਬੱਚੇ ਦੀ ਚਿੰਤਾ ਦਾ ਵੀ ਅਨੁਭਵ ਕੀਤਾ ਅਤੇ 33 ਸਾਲ ਦੀ ਉਮਰ ਦਾ ਹੋਇਆ ਅਤੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਉਸ ਦਰਦ ਨੂੰ ਮਹਿਸੂਸ ਕੀਤਾ ਜੋ ਤੁਸੀਂ ਅਤੇ ਮੈਂ ਮਹਿਸੂਸ ਕਰਦੇ ਹਾਂ। ਅਤੇ ਗੰਧਰਸ ਸਾਨੂੰ ਯਾਦ ਕਰਾਉਂਦੀ ਹੈ ਕਿ ਉਹ ਸਾਡਾ ਜਾਜਕ ਹੈ। ਇਹ ਉਹੀ ਹੈ ਜੋ ਸਾਨੂੰ ਆਪਣੇ ਨੇੜੇ ਲੈ ਕੇ ਜਾਣ ਲਈ ਆਇਆ ਹੈ ਅਤੇ ਅਸੀਂ ਉਸ ਨੂੰ ਆਪਣੇ ਦੁੱਖ, ਸਾਡੀਆਂ ਸਮੱਸਿਆਵਾਂ ਅਤੇ ਸਾਡੇ ਮੁੱਦੇ ਸੌਂਪਦੇ ਹਾਂ। ਕੀ ਤੁਸੀਂ ਕਦੇ ਇਸ ਗੱਲ ਬਾਰੇ ਸੋਚਿਆ ਹੈ ਕਿ ਤੁਹਾਨੂੰ ਜੇਰੋਮ ਦੀ ਕਹਾਣੀ ਯਾਦ ਹੈ, ਜਿਸ ਨੇ ਕਿਹਾ ਕਿ ਉਸ ਨੇ ਇੱਕ ਸੁਪਨਾ ਵੇਖਿਆ ਅਤੇ ਪਰਮੇਸ਼ਰ ਨੇ ਕਿਹਾ, ਜੇਰੋਮ ਤੂੰ ਆਪਣੇ ਸਾਰੇ ਪਾਪ ਮੈਨੂੰ ਦੇ, ਮੈਂ ਇਸ ਲਈ ਆਇਆ ਹਾਂ। ਕੀ ਤੁਸੀਂ ਕਦੀ ਇਹ ਸੋਚਣ ਲਈ ਰੁਕੇ ਹੋ ਕਿ ਇਸ ਸਾਲ ਤੁਸੀਂ ਯਿਸੂ ਨੂੰ ਜਿਹੜਾ ਤੋਹਫਾ ਦੇ ਸਕਦੇ ਹੋ ਉਹ ਇਹ ਹੈ ਕਿ ਤੁਸੀਂ ਉਸ ਨੂੰ ਉਹ ਸਾਰੀਆਂ ਚੀਜ਼ਾਂ ਸੌਂਪ ਦਿਓ ਜਿਨ੍ਹਾਂ ਨੇ ਤੁਹਾਨੂੰ ਕਸ਼ਟ ਦਿੱਤਾ ਹੈ ਅਤੇ ਤੁਸੀਂ ਇਹ ਉਸ ਦੀ ਮਦਦ ਪਾਉਣ ਲਈ ਅਤੇ ਉਸ ਨੂੰ ਤੁਹਾਨੂੰ ਉਤਸ਼ਾਹਿਤ ਕਰਨ ਲਈ ਕਰ ਸਕਦੇ ਹੋ। ਉਸ ਦੀ ਜਾਜਕਾਈ ਸੇਵਕਾਈ ਦੇ ਲਈ ਉਸ ਨੂੰ ਗੰਧਰਸ ਦਾ ਤੋਹਫਾ ਦਿਓ। ਭਾਗ ਈੜੀ ਗੰਧਰਸ ਉਸ ਨੂੰ ਆਪਣੇ ਮੁਕਤੀਦਾਤਾ ਦੇ ਤੌਰ ਤੇ ਕਬੂਲ ਕਰਨਾ। ਅਤੇ ਫਿਰ ਅਖੀਰ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਗੰਧਰਸ ਸਾਨੂੰ ਦੱਸਦੀ ਹੈ ਕਿ ਤੁਸੀਂ ਉਸ ਨੂੰ ਆਪਣਾ ਮੁਕਤੀਦਾਤਾ ਕਬੂਲ ਕਰ ਸਕਦੇ ਹੋ। ਇਹ ਹੈ ਸਭ ਤੋਂ ਮਹੱਤਵਪੂਰਨ ਗੱਲ ਜੋ ਤੁਹਾਨੂੰ ਕਰਨ ਦੀ ਲੋੜ ਹੈ। ਕਿਸੇ ਨੇ ਕਿਹਾ, ਮੈਨੂੰ ਸਭ ਤੋਂ ਪਹਿਲਾਂ ਕਿਹੜਾ ਤੋਹਫਾ ਦੇਣਾ ਚਾਹੀਦਾ ਹੈ? ਉਸ ਨੂੰ ਆਪਣਾ ਦਿਲ ਦਿਓ। ਜੇ ਤੁਸੀਂ ਉਸ ਨੂੰ ਆਪਣਾ ਦਿਲ ਨਹੀਂ ਦਿੱਤਾ ਹੈ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਜਦੋਂ ਤੱਕ ਤੁਸੀਂ ਉਸ ਨੂੰ ਪਹਿਲਾਂ ਆਪਣਾ ਦਿਲ ਨਹੀਂ ਦਿੰਦੇ, ਉਹ ਤੁਹਾਡੇ ਕੋਲੋਂ ਕੋਈ ਤੋਹਫਾ ਕਬੂਲ ਨਹੀਂ ਕਰੇਗਾ। ਗੰਧਰਸ ਸਾਨੂੰ ਦੱਸਦੀ ਹੈ ਕਿ ਉਹ ਮੁਕਤੀਦਾਤਾ ਹੈ ਜਿਸ ਨੇ ਮਨ ਲਈ ਜਨਮ ਲਿਆ ਹੈ ਅਤੇ ਜਦੋਂ ਤੁਸੀਂ ਗੰਧਰਸ ਬਾਰੇ ਸੋਚਦੇ ਹੋ ਤੁਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛਦੇ ਹੋ, ਸੋ ਉਹ ਮੇਰੇ ਲਈ ਮਰਿਆ ਹੈ। ਕੀ ਮੈਂ ਉਸ ਦੇ ਤੋਹਫੇ ਨੂੰ ਕਬੂਲ ਕੀਤਾ ਹੈ ਅਤੇ ਕੀ ਮੈਂ ਉਸ ਨੂੰ ਆਪਣਾ ਦਿਲ ਦਿੱਤਾ ਹੈ? ਮੈਂ ਇਸ ਕ੍ਰਿਸਮਸ ਦੇ ਸਮੇਂ ਵਿੱਚ ਇੱਕ ਸੁਸਮਾਚਾਰਕ ਪ੍ਰਚਾਰਕ ਹੋਣ ਦੇ ਨਾਤੇ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਹੋਰ ਕਿਸੇ ਵੀ ਚੀਜ਼ ਤੋਂ ਵੱਧ ਕੇ ਇਹ ਕ੍ਰਿਸਮਸ ਦੀ ਸਭ ਤੋਂ ਮੂਲ ਸੱਚਾਈ ਹੈ। ਹਾਲੇ ਕਿ ਮੈਂ ਜਾਣਦਾ ਹਾਂ
ਤੁਹਾਡੇ ਮਨ ਵਿੱਚ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਗੱਲਾਂ ਹਨ। ਪਰਮੇਸ਼ਰ ਨੇ ਤੁਹਾਨੂੰ ਪਿਆਰ ਕੀਤਾ ਹੈ ਅਤੇ ਮਸੀਹ ਇੱਥੇ ਤੁਹਾਡਾ ਮੁਕਤੀਦਾਤਾ ਬਣਨ ਲਈ ਆਇਆ ਹੈ। ਅਤੇ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਸ ਨੂੰ ਨਿੱਜੀ ਤੌਰ ਤੇ ਆਪਣਾ ਮੁਕਤੀਦਾਤਾ ਨਹੀਂ ਜਾਣਦੇ, ਤਾਂ ਤੁਸੀਂ ਕ੍ਰਿਸਮਸ ਦੇ ਸਹੀ ਅਰਥ ਨੂੰ ਨਹੀਂ ਸਮਝ ਸਕਦੇ, ਕਿਉਂਕਿ ਉਹ ਤੁਹਾਡੇ ਦਿਲ ਵਿੱਚ ਜਨਮ ਲੈਣਾ ਚਾਹੁੰਦਾ ਹੈ, ਜਿਵੇਂ ਉਸ ਨੇ ਇੱਕ ਦਿਨ ਬੈਤਲਹਮ ਵਿੱਚ ਜਨਮ ਲਿਆ ਸੀ। ਇੱਕ ਦਿਨ ਇੱਕ ਬੰਦਗੀ ਵਿੱਚ ਇੱਕ ਪ੍ਰਚਾਰਕ ਕੋਲ ਇੱਕ ਨੌਜਵਾਨ ਆਇਆ ਜੋ ਕਿ ਬਹੁਤ ਹੀ ਪਰੇਸ਼ਾਨ ਸੀ। ਉਸ ਨੇ ਕਿਹਾ, ਮੈਂ ਨਹੀਂ ਜਾਣਦਾ ਕਿ ਤੂੰ ਸਲੀਬ ਤੇ ਪ੍ਰਚਾਰ ਕਿਉਂ ਕੀਤਾ ਹੈ, ਤੂੰ ਲਹੂ ਬਾਰੇ ਕਿਉਂ ਗੱਲ ਕੀਤੀ ਹੈ, ਤੂੰ ਯਸੂ ਦੇ ਮਰਨ ਬਾਰੇ ਕਿਉਂ ਦੱਸਿਆ ਹੈ। ਖਾਸ ਕਰਕੇ ਕ੍ਰਿਸਮਸ ਦੇ ਇਸ ਸਮੇਂ ਵਿੱਚ ਇਹ ਗੱਲ ਕੋਈ ਜਚੀ ਨਹੀਂ ਅਤੇ ਮੈਨੂੰ ਇਹ ਪਸੰਦ ਨਹੀਂ ਹੈ। ਤੂੰ ਯਸੂ ਦੇ ਇੱਕ ਮਹਾਨ ਉਦਾਹਰਣ ਹੋਣ ਬਾਰੇ ਗੱਲ ਕਿਉਂ ਨਹੀਂ ਕੀਤੀ। ਅਸੀਂ ਇਸ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਸੀ ਅਤੇ ਮੇਰੇ ਬਹੁਤ ਸਾਰੇ ਦੋਸਤ ਹਨ ਜਿਨ੍ਹਾਂ ਨੇ ਕਿਹਾ ਕਿ ਜੇ ਤੂੰ ਯਸੂ ਦੇ ਲਹੂ ਅਤੇ ਉਸ ਦੀ ਮੌਤ ਬਾਰੇ ਜ਼ਿਆਦਾ ਪ੍ਰਚਾਰ ਨਹੀਂ ਕਰੇਗਾ ਅਤੇ ਜੇ ਤੂੰ ਯਸੂ ਦੇ ਇੱਕ ਮਹਾਨ ਉਦਾਹਰਣ ਹੋਣ ਬਾਰੇ ਪ੍ਰਚਾਰ ਕਰੇਗਾ, ਤਾਂ ਉਹ ਕਲੀਸਿਆ ਵਿੱਚ ਜ਼ਿਆਦਾ ਆਉਣਗੇ ਅਤੇ ਆਰਥਿਕ ਤੌਰ ਤੇ ਕਲੀਸਿਆ ਦੀ ਮਦਦ ਵੀ ਕਰਨਗੇ। ਇਹ ਪਾਸਟਰ ਜਿਸ ਨੂੰ ਇਹ ਸੁਝਾਅ ਮਿਲਿਆ, ਤੁਹਾਡੇ ਪਾਸਟਰ ਨਾਲੋਂ ਜ਼ਿਆਦਾ ਸਿਆਣਾ ਸੀ, ਜ਼ਿਆਦਾ ਗਿਆਨ ਵਾਲਾ ਸੀ ਅਤੇ ਜਾਣਦਾ ਸੀ ਕਿ ਇਹੋ ਜਿਹੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ। ਅਤੇ ਉਹਨੇ ਉਸ ਅਜਨਬੀ ਨੂੰ ਕਿਹਾ, ਸ਼੍ਰੀਮਾਨ, ਜੇ ਮੈਂ ਯਸੂ ਦੇ ਸਾਡੇ ਲਈ ਇੱਕ ਉਦਾਹਰਣ ਹੋਣ ਬਾਰੇ ਪ੍ਰਚਾਰ ਕਰਾਂ, ਕਿ ਤੂੰ ਉਸ ਦੀ ਉਦਾਹਰਣ ਤੇ ਚੱਲਣ ਦਾ ਚਾਹਵਾਨ ਹੋਵੇਗਾ। ਉਸ ਨੇ ਕਿਹਾ, ਬਿਲਕੁਲ ਚੱਲਾਂਗਾ, ਸਗੋਂ ਮੈਂ ਹੀ ਨਹੀਂ ਦੂਜੇ ਵੀ ਚੱਲਣਗੇ। ਅਤੇ ਪ੍ਰਚਾਰਕ ਨੇ ਕਿਹਾ, ਯਸੂ ਨੇ ਕੋਈ ਪਾਪ ਨਹੀਂ ਕੀਤਾ, ਕਿ ਤੂੰ ਇਹ ਕਦਮ ਉਠਾਵੇਂਗਾ। ਅਤੇ ਅਜਨਬੀ ਨੇ ਕਿਹਾ, ਨਹੀਂ, ਮੈਂ ਨਹੀਂ ਕਰ ਸਕਦਾ, ਮੈਂ ਤੇ ਪਾਪ ਕਰਦਾ ਹਾਂ। ਉਹ ਇੱਕ ਕਿਸਮ ਦੀ ਉਲਝਣ ਵਿੱਚ ਪੈ ਗਿਆ। ਉਹ ਨਹੀਂ ਜਾਣਦਾ ਸੀ ਇਸ ਬਾਰੇ ਉਹ ਕੀ ਕਰੇ। ਖੈਰ, ਪ੍ਰਚਾਰਕ ਨੇ ਕਿਹਾ, ਤੈਨੂੰ ਪਹਿਲਾਂ ਮਸੀਹ ਦੀ ਲੋੜ ਹੈ, ਉਦਾਹਰਣ ਦੀ ਨਹੀਂ। ਤੈਨੂੰ ਮੁਕਤੀਦਾਤਾ ਮਸੀਹ ਦੀ ਲੋੜ ਹੈ। ਜੇ ਤੂੰ ਆਪਣੀ ਜ਼ਿੰਦਗੀ ਵਿੱਚ ਉਸ ਦਾ ਛੁਟਕਾਰਾ ਪਾਏ ਬਿਨਾਂ ਉਸ ਦੀ ਉਦਾਹਰਣ ਤੇ ਚੱਲਣ ਦੀ ਕੋਸ਼ਿਸ਼ ਕਰੇਗਾ, ਉਹ ਇਹੋ ਜਿਹੀ ਉਦਾਹਰਣ ਰੱਖੇਗਾ ਜਿਸ ਤੇ ਤੂੰ ਚੱਲ ਨਹੀਂ ਸਕਦਾ, ਕਿਉਂਕਿ ਉਹ ਪਾਪ ਤੋਂ ਰਹਿਤ ਹੈ। ਕੀ ਤੁਸੀਂ ਸਮੱਸਿਆ ਨੂੰ ਵੇਖਦੇ ਹੋ? ਅਤੇ ਫਿਰ ਉਹਨੇ ਉਸ ਨੂੰ ਇਹ ਛੋਟਾ ਜਿਹਾ ਦ੍ਰਿਸ਼ਟਾਂਤ ਦਿੱਤਾ। ਉਸਨੇ ਕਿਹਾ, ਪੁੱਤਰ, ਮੰਨ ਲੈ ਕਿ ਤੂੰ ਗਿੱਲੀ ਰੇਤ ਤੇ ਖੜਾ ਹੈ ਅਤੇ ਲਾਗੇ ਠੋਸ ਜ਼ਮੀਨ ਤੇ ਖੜਾ ਆਦਮੀ ਤੈਨੂੰ ਕਹਿੰਦਾ ਹੈ, ਮੇਰੇ ਵਾਂਗ ਤੁਰ, ਮੇਰੀ ਨਕਲ ਕਰ। ਉਸ ਦੀ ਸਲਾਹ ਤੁਹਾਡੇ ਲਈ ਬਿਲਕੁਲ ਚੰਗੀ ਨਹੀਂ ਹੈ। ਉਸ ਦੀ ਸਲਾਹ ਤੁਹਾਡੇ ਲਈ ਚੰਗੀ ਇਸ ਲਈ ਨਹੀਂ ਹੈ ਕਿਉਂਕਿ ਉਸ ਵਾਂਗੂ ਤੁਰਨ ਲਈ ਤੁਹਾਨੂੰ ਪਹਿਲਾਂ ਆਪਣੇ ਪੈਰ ਠੋਸ ਜ਼ਮੀਨ ਤੇ ਰੱਖਣੇ ਪੈਣਗੇ। ਤੁਹਾਨੂੰ ਲੋੜ ਹੈ ਕਿ ਕੋਈ ਆਵੇ ਅਤੇ ਤੁਹਾਨੂੰ ਉਸ ਗਿੱਲੀ ਰੇਤ ਵਿੱਚੋਂ ਕੱਢ ਕੇ ਤੁਹਾਡੇ ਪੈਰ ਠੋਸ ਜ਼ਮੀਨ ਤੇ ਰੱਖੇ। ਇਹ ਕਿਹੋ ਜਿਹੀ ਗੱਲ ਜਾਪਦੀ ਹੈ? ਇਸ ਦਾ ਮਤਲਬ ਬਚਾਇਆ ਜਾਣਾ ਹੈ। ਪਰਮੇਸ਼ਰ ਦੀ ਕਿਰਪਾ ਨਾਲ ਤੁਸੀਂ ਪਾਪ ਦੀ ਉਸ ਰੇਤ ਵਿੱਚੋਂ ਬਾਹਰ ਆ ਸਕਦੇ ਹੋ। ਪਰਮੇਸ਼ਰ ਤੁਹਾਨੂੰ ਉਸ ਪਾਪ ਦੀ ਰੇਤ ਵਿੱਚੋਂ ਕੱਢ ਕੇ ਵਿਸ਼ਵਾਸ ਦੀ ਉਸ ਠੋਸ ਜ਼ਮੀਨ ਤੇ ਰੱਖ ਦੇਵੇਗਾ। ਅਤੇ ਫਿਰ ਜਦੋਂ ਤੁਸੀਂ ਨਵੇਂ ਨੇਮ ਦੇ ਪ੍ਰਭੂ ਨੂੰ ਵੇਖਦੇ ਹੋ, ਤੁਸੀਂ ਉਸ ਦੀ ਰੀਸ ਕਰ ਸਕਦੇ ਹੋ, ਕਿਉਂਕਿ ਉਹ ਤੁਹਾਨੂੰ ਆਪਣੇ ਪਵਿੱਤਰ ਆਤਮਾ, ਜਿਹੜਾ ਤੁਹਾਡੇ ਅੰਦਰ ਵਾਸ ਕਰਨ ਲਈ ਆਉਂਦਾ ਹੈ, ਦੇ ਕੇ ਵਿਅਕਤੀਤਵ ਵਿੱਚ ਇੱਕ ਨਵੀਂ ਸ਼ਕਤੀ ਦਿੰਦਾ ਹੈ। ਪਿਆਰੇ ਦਰਸ਼ਕੋ, ਅੱਜ ਤੁਸੀਂ ਵੇਖ ਰਹੇ ਸੀ ਦਿਸ਼ਾ ਪਰਿਵਰਤਨ। ਸਾਡੇ ਅੱਜ ਦੇ ਅਧਿਐਨ ਦੇ ਵਿੱਚ ਅਸੀਂ ਉਹਨਾਂ ਰਾਜਿਆਂ ਦੇ ਬਾਰੇ ਜਾਣਿਆ ਜੋ ਪੂਰਬ ਦੇ ਦੂਰ ਦੇਸ਼ਾਂ ਤੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਮੱਥਾ ਟੇਕਣ ਆਏ ਸੀ। ਉਹਨਾਂ ਵਿੱਚੋਂ ਇੱਕ ਨੇ ਜਦੋਂ ਪ੍ਰਭੂ ਯਿਸੂ ਜੀ ਨੂੰ ਗੰਧ ਰਸ ਦੀ ਭੇਂਟ ਚੜਾਈ, ਤਾਂ ਇਹ ਇੱਕ ਕਿਸਮ ਤੋਂ ਇਸ ਗੱਲ ਦੀ ਘੋਸ਼ਣਾ ਸੀ ਕਿ ਉਹ ਪ੍ਰਭੂ ਯਿਸੂ ਜੀ ਦੀ ਆਰਾਧਨਾ ਇੱਕ ਮੁਕਤੀਦਾਤੇ ਦੇ ਰੂਪ ਵਿੱਚ ਵੀ ਕਰਦੇ ਹਨ। ਅਤੇ ਪ੍ਰਭੂ ਯਿਸੂ ਜੀ ਸਾਡੇ ਲਈ ਮਰਨ ਲਈ ਇਸ ਧਰਤੀ ਤੇ ਆਏ ਸਨ ਅਤੇ ਗੰਧ ਰਸ ਉਹਨਾਂ ਦੀ ਮੌਤ ਨੂੰ ਦਰਸਾਉਂਦਾ ਹੈ। ਅਸੀਂ ਬਾਈਬਲ ਬਾਣੀ ਦੇ ਵਿੱਚੋਂ ਗੰਧ ਰਸ ਦੇ ਵਿਸ਼ੇ ਤੇ ਬਹੁਤ ਸਾਰੀਆਂ ਕਹਾਣੀਆਂ ਨੂੰ ਪੜ੍ਹ ਸਕਦੇ ਹਾਂ। ਨਵੇਂ ਨੇਮ ਦੇ ਵਿੱਚ ਅਸੀਂ ਪ੍ਰਭੂ ਯਿਸੂ ਜੀ ਦੇ ਸਲੀਬ ਦੇ ਉੱਤੇ ਦੁੱਖ ਉਠਾਏ ਜਾਣ ਵੇਲੇ ਗੰਧ ਰਸ ਦੇ ਇਸਤੇਮਾਲ ਨੂੰ ਵੇਖਦੇ ਹਾਂ। ਇਹ ਘਟਨਾ ਜੋਤਸ਼ੀਆਂ ਦੀ ਗੰਧ ਰਸ ਦੀ ਭੇਂਟ ਚੜਾਏ ਜਾਣ ਦੀ ਗੱਲ ਨੂੰ ਪੁਖਤਾ ਕਰਦੀ ਹੈ ਕਿ ਪ੍ਰਭੂ ਯਿਸੂ ਜੀ ਸੱਚਮੁੱਚ ਮੁਕਤੀਦਾਤਾ ਹਨ। ਪੁਰਾਣੇ ਨੇਮ ਦੇ ਵਿੱਚ ਯਸਾਇਆ ਨਬੀ ਦੀ ਪੁਸਤਕ ਦੇ 60 ਅਧਿਆਏ ਦੀ 6 ਆਇਤ ਦੇ ਵਿੱਚ ਪ੍ਰਭੂ ਯਿਸੂ ਜੀ ਦੇ ਬਾਰੇ ਇੱਕ ਭਵਿੱਖਬਾਣੀ ਕੀਤੀ ਗਈ ਹੈ। ਇਹ ਆਇਤ ਕਹਿੰਦੀ ਹੈ ਕਿ ਉਸ ਦਿਨ ਬਹੁਤ ਸਾਰੇ ਊਠ ਤੈਨੂੰ ਢੱਕ ਲੈਣਗੇ,
ਮਿਦਿਆਨ ਅਤੇ ਏਫਾ ਦੇ ਜਵਾਨ ਊਠ ਸਾਰੇ ਸ਼ਬਾ ਤੋਂ ਆਉਣਗੇ। ਉਹ ਸੋਨਾ ਅਤੇ ਲੋਬਾਨ ਚੁੱਕਣਗੇ ਅਤੇ ਯਹੋਵਾ ਦੀ ਉਤਸਵ ਦਾ ਪ੍ਰਸਾਰ ਕਰਨਗੇ। ਇਸ ਆਇਤ ਦੇ ਵਿੱਚ ਤੁਸੀਂ ਸੋਨੇ ਅਤੇ ਲੋਬਾਨ ਦੇ ਜ਼ਿਕਰ ਬਾਰੇ ਤਾਂ ਵੇਖ ਸਕਦੇ ਹੋ, ਪਰ ਤੁਹਾਨੂੰ ਗੰਧਰਸ ਬਾਰੇ ਕੋਈ ਜ਼ਿਕਰ ਨਹੀਂ ਮਿਲੇਗਾ। ਕਿਉਂ? ਕਿਉਂਕਿ ਪ੍ਰਭੂ ਯਿਸੂ ਜੀ ਹੁਣ ਦੁਬਾਰਾ ਸਲੀਬ ਦੇ ਉੱਤੇ ਕੁਰਬਾਨ ਹੋਣ ਨਹੀਂ ਆਉਣਗੇ। ਇਸ ਕਰਕੇ ਹੁਣ ਗੰਧਰਸ ਦੀ ਲੋੜ ਨਹੀਂ ਹੈ। ਇਹ ਸਾਡੇ ਪ੍ਰਭੂ ਯਿਸੂ ਜੀ ਦੇ ਲਈ, ਜੋ ਕਿ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ, ਬਿਲਕੁਲ ਵੀ ਢੁਕਵਾਂ ਨਹੀਂ ਹੈ। ਉਹ ਤਾਂ ਰਾਜਸੀ ਠਾਠ ਨਾਲ ਆਣਗੇ ਅਤੇ ਸਾਰੀ ਧਰਤੀ ਦੇ ਲੋਕ ਉਸ ਦੀ ਵਡਿਆਈ ਅਤੇ ਉਸਤਤ ਕਰਨਗੇ। ਸੰਸਾਰ ਦੇ ਹਰੇਕ ਵਿਅਕਤੀ ਦਾ ਘੁਟਨਾ ਉਹਨਾਂ ਦੇ ਅੱਗੇ ਝੁਕੇਗਾ ਅਤੇ ਹਰੇਕ ਆਪਣੀ ਜੀਭ ਤੋਂ ਇਹ ਅੰਗੀਕਾਰ ਕਰੇਗਾ ਕਿ ਯਿਸੂ ਹੀ ਪ੍ਰਭੂ ਹੈ। ਦੋਸਤੋ, ਹੁਣ ਇੱਕ ਸਵਾਲ, ਤੁਸੀਂ ਰਾਜਿਆਂ ਦੇ ਰਾਜਾ ਅਤੇ ਪ੍ਰਭੂਆਂ ਦੇ ਪ੍ਰਭੂ ਦੇ ਲਈ ਕੀ ਲੈ ਕੇ ਆਉਂਦੇ ਹੋ, ਜੋ ਕਿ ਇਹ ਦੱਸ ਸਕੇ ਕਿ ਤੁਸੀਂ ਉਹਨਾਂ ਨੂੰ ਆਪਣਾ ਰਾਜਾ ਮੰਨਦੇ ਹੋ? ਤੁਸੀਂ ਲੋਬਾਨ ਦੇ ਰੂਪ ਵਿੱਚ ਉਸ ਮਹਾਯਾਜਕ ਨੂੰ ਕੀ ਦਿੰਦੇ ਹੋ, ਜੋ ਤੁਹਾਡੇ ਅਤੇ ਪਰਮੇਸ਼ਰ ਦੇ ਵਿਚਕਾਰ ਇੱਕ ਵਿਚਵਈ ਦੀ ਭੂਮਿਕਾ ਨੂੰ ਨਿਭਾਉਂਦਾ ਹੈ ਅਤੇ ਪਰਮੇਸ਼ਰ ਦੇ ਨਾਲ ਤੁਹਾਡਾ ਮੇਲ ਮਿਲਾਪ ਕਰਾਉਂਦਾ ਹੈ? ਤੁਸੀਂ ਗੰਧਰਸ ਦੇ ਰੂਪ ਵਿੱਚ ਉਸ ਦੇ ਲਈ ਕੀ ਲੈ ਕੇ ਆਉਂਦੇ ਹੋ, ਜੋ ਕਿ ਦਰਸਾ ਸਕੇ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਮੰਨਦੇ ਹੋ, ਜਿਨੇ ਆਪਣੇ ਸਰੀਰ ਦੇ ਵਿੱਚ ਪਾਪ ਦੀ ਉਹ ਸਜ਼ਾ ਭੋਗੀ ਜਿਸ ਦੇ ਤੁਸੀਂ ਹੱਕਦਾਰ ਸੀ। ਕਿਉਂਕਿ ਬਾਈਬਲ ਬਾਣੀ ਦੱਸਦੀ ਹੈ ਕਿ ਉਹ ਜੋ ਪਾਪ ਤੋਂ ਅਗਿਆਤ ਸੀ ਤੁਹਾਡੇ ਲਈ ਪਾਪ ਬਣ ਗਿਆ, ਤਾਂ ਜੋ ਤੁਸੀਂ ਉਸ ਦੇ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਬਣ ਜਾਓ। ਉਹ ਸਲੀਬ ਦੇ ਉੱਤੇ ਸਾਡੇ ਪਾਪਾਂ ਨੂੰ ਲੈ ਕੇ ਚੜ ਗਿਆ ਅਤੇ ਸਾਡੇ ਪਾਪਾਂ ਖਾਤਿਰ ਮਰ ਗਿਆ, ਤਾਂ ਕਿ ਤੁਹਾਨੂੰ ਜ਼ਿੰਦਗੀ ਦੇ ਸਕੇ, ਇੱਕ ਪਾਪ ਰਹਿਤ ਅਤੇ ਮਹਿਮਾਮਈ ਜ਼ਿੰਦਗੀ। ਪਰਮੇਸ਼ਰ ਤੁਹਾਨੂੰ ਅੱਜ ਦੇ ਵਚਨ ਦੇ ਅਨੁਸਾਰ ਬਰਕਤ ਦੇਵੇ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਕਿ ਤੁਸੀਂ ਸੱਚਮੁੱਚ ਬਹੁਤ ਸਾਰੀ ਗੱਲਾਂ ਸਾਨੂੰ ਬਾਈਬਲ ਵਿੱਚੋਂ ਸਿਖਾਉਂਦੇ ਹੋ ਜੋ ਸਾਡੇ ਜੀਵਨ ਦੇ ਉਤਸ਼ਾਹ ਨੂੰ ਵਧਾ ਦਿੰਦੀਆਂ ਹਨ। ਪਿਤਾ, ਅੱਜ ਅਸੀਂ ਪ੍ਰਭੂ ਜੀ ਉਹਨਾਂ ਭੇਂਟਾਂ ਬਾਰੇ ਜਾਣਿਆ ਜੋ ਪ੍ਰਭੂ ਜੀ ਪੂਰਬ ਦੇਸ਼ ਦੇ ਦੂਰ ਦੇਸ਼ ਤੋਂ ਚੱਲਣ ਵਾਲੇ ਮਜੂਸੀ ਤੁਹਾਡੀ ਹਜ਼ੂਰੀ ਵਿੱਚ ਲੈ ਕੇ ਆਏ। ਉਹਨਾਂ ਨੇ ਤੁਹਾਨੂੰ ਸੋਨਾ, ਲੋਬਾਨ ਅਤੇ ਗੰਧਰਸ ਚੜਾਇਆ। ਪ੍ਰਭੂ, ਅੱਜ ਅਸੀਂ ਇਹਨਾਂ ਦੇ ਮਹੱਤਵ ਨੂੰ ਜਾਣਿਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਸਾਡੇ ਉੱਤੇ ਮਿਹਰ ਕਰੋ ਕਿ ਅਸੀਂ ਪ੍ਰਭੂ ਜੀ ਇਸੇ ਤਰ੍ਹਾਂ, ਜਿਸ ਤਰ੍ਹਾਂ ਜੋਤਸ਼ੀਆਂ ਨੇ ਤੇਰੀ ਉਪਾਸਨਾ ਕੀਤੀ, ਤੈਨੂੰ ਮਾਨਤਾ ਦਿੱਤੀ, ਤੈਨੂੰ ਪ੍ਰਭੂ ਜੀ ਰੈਕੋਗਨਾਈਜ਼ ਕੀਤਾ, ਅਸੀਂ ਵੀ ਪਿਤਾ ਪਰਮੇਸ਼ਵਰ ਤੁਹਾਨੂੰ ਮਾਨਤਾ ਦਈਏ ਪ੍ਰਭੂ ਜੀ, ਔਰ ਮੰਨ ਲਈਏ ਕਿ ਤੁਸੀਂ ਰਾਜਿਆਂ ਦੇ ਰਾਜਾ ਹੋ, ਤੁਸੀਂ ਮਹਾਯਾਜਕ ਹੋ ਔਰ ਤੁਸੀਂ ਮੁਕਤੀਦਾਤਾ ਹੋ। ਪ੍ਰਭੂ, ਧੰਨਵਾਦ ਕਰਦੇ ਹਾਂ ਇਸ ਸੱਚਾਈ ਨੂੰ ਇਹਨਾਂ ਉਪਹਾਰਾਂ ਦੇ ਜ਼ਰੀਏ ਜੋ ਜੋਤਸ਼ੀਆਂ ਨੇ ਦਿੱਤੇ ਤੁਸੀਂ ਸਾਡੇ ਉੱਤੇ ਪ੍ਰਗਟ ਕੀਤਾ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।